हाय फ्यूचर बर्ड्स, वेलकम बैक टू माय चैनल। ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 11th PSCB ਦਾ ਚੈਪਟਰ ਨੰਬਰ 5 ਕੈਮਿਸਟਰੀ ਸਟੇਟਸ ਆਫ ਮੈਟਰ। ਸੋ ਸਟਾਰਟ ਕਰਦੇ ਹਾਂ। ਬਹੁਤ ਈਜ਼ੀ ਚੈਪਟਰ ਹੈ, ਕੁਝ ਵੀ ਡਿਫਿਕਲਟ ਨਹੀਂ ਹੈ ਇਸ ਚੈਪਟਰ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਸਟੇਟਸ ਆਫ ਮੈਟਰ ਦੇ ਵਿੱਚ ਕੀ ਪੜ੍ਹਨਾ ਉਹਦੇ ਬਾਰੇ ਥੋੜਾ ਜਿਹਾ ਡਿਸਕਸ ਕਰਾਂਗੇ, ਜ਼ਿਆਦਾ ਨਹੀਂ। ਸੋ ਸਟੇਟਸ ਆਫ ਮੈਟਰ ਦੇ ਵਿੱਚ ਸਾਡੇ ਕੋਲ ਗੈਸਿਸ ਹੁੰਦੀਆਂ ਨੇ, ਲਿਕੁਇਡਸ ਹੁੰਦੇ ਆ, ਸੋਲਿਡਸ ਹੁੰਦੇ ਆ। ਇਹਨਾਂ ਤਾਂ ਸਾਨੂੰ ਸ਼ੁਰੂ ਤੋਂ ਹੀ ਪਤਾ ਹੈ। ਇਹਦੇ ਵਿੱਚ ਵੀ ਪਰਟੀਕੂਲਰਲੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੈਸਿਸ ਦੇ ਉੱਤੇ ਗੱਲ ਕਰਾਂਗੇ, ਤੇ ਗੈਸਿਸ ਦੇ ਵਿੱਚ ਵੀ ਸਾਡਾ ਫਰਦਰ ਸਬ ਟੌਪਿਕ ਹੈ ਜੋ ਹੈ ਗੈਸ ਲॉस। ਸੋ ਫਟਾਫਟ ਦੇਖ ਲਿਆ। ਹੁਣ ਫਟਾਫਟ ਸਟਾਰਟ ਕਰਦੇ ਹਾਂ। ਫਸਟ ਲੋ, 4 ਲੋਜ਼ ਅਸੀਂ ਪੜ੍ਹਨੇ ਆ। ਫਸਟ ਲੋ ਸਾਡੇ ਕੋਲ ਆਉਂਦਾ ਬੋਇਲਸ ਲੋ। ਫਟਾਫਟ ਨੋਟ ਕਰੋ, ਬੋਇਲਸ ਲੋ ਬਹੁਤ ਈਜ਼ੀ ਲੋ ਹੈ। ਪਤਾ ਲੱਗ ਗਿਆ ਬੋਇਲਸ ਲੋ ਅਸੀਂ ਕਰਨਾ ਹੈ। ਦੇਖੋ, ਮੈਂ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਇੱਕ ਇਕੁਏਸ਼ਨ ਲਿਖਾਉਣ ਜਾ ਰਹੀ ਹਾਂ ਜੋ ਅਸੀਂ ਅਪਕਮਿੰਗ ਲੈਕਚਰਸ ਦੇ ਵਿੱਚ ਚੰਗੀ ਤਰ੍ਹਾਂ ਕਰਾਂਗੇ। ਫਿਲਹਾਲ ਹੀ ਤੁਸੀਂ ਉਹਨੂੰ ਸਿਰਫ ਨੋਟ ਕਰਨਾ ਹੈ। ਇਸ ਇਕੁਏਸ਼ਨ ਦੇ ਨਾਲ ਮੈਂ ਤੁਹਾਨੂੰ ਜਿਹੜੇ ਸਾਰੇ ਲॉज ਹੈ ਬਹੁਤ ਵਧੀਆ ਤਰੀਕੇ ਨਾਲ ਕਵਰ ਕਰਵਾ ਦੂੰਗੀ। ਇੱਕ ਵਾਰ ਤੁਸੀਂ ਇਸ ਇਕੁਏਸ਼ਨ ਨੋਟ ਕਰ ਲਓ, ਕਿਵੇਂ ਡਰਾਈਵ ਹੋਈ ਸਾਰੀ ਚੀਜ਼ਾਂ ਆਪਾਂ ਨੈਕਸਟ ਲੈਕਚਰ ਦੇ ਵਿੱਚ ਪੱਕਾ ਕਵਰ ਕਰਾਂਗੇ। ਆਈਡੀਅਲ ਗੈਸ ਇਕੁਏਸ਼ਨ ਦਾ ਨਾਮ ਹੈ। ਇਹ ਇਕੁਏਸ਼ਨ ਨੋਟ ਕਰੋ, PV = nRT। P ਸਾਡਾ ਪ੍ਰੈਸ਼ਰ ਹੈ, V ਸਾਡੀ ਵੋਲਿਊਮ ਹੈ, N ਸਾਡਾ ਨੰਬਰ ਆਫ ਮੋਲਸ ਹੈ, R ਸਾਡਾ ਇੱਕ ਕਾਂਸਟੈਂਟ ਹੈ, ਯੂਨੀਵਰਸਲ ਗੈਸ ਕਾਂਸਟੈਂਟ, T ਸਾਡਾ ਟੈਂਪਰੇਚਰ ਹੈ। ਸੋ ਫਟਾਫਟ ਨੋਟ ਹੋ ਗਈ ਹੋਵੇ ਇਹ ਇਕੁਏਸ਼ਨ। ਤਾਂ ਸ਼ੁਰੂ ਕਰਦੇ ਹਾਂ ਬੋਇਲਸ ਲੋ। ਤੁਹਾਨੂੰ ਮੈਂ ਇੰਨੇ ਇੰਟਰਸਟਿੰਗ ਟ੍ਰਿਕ ਨਾਲ ਸਾਰੇ ਲॉज ਕਰਵਾਉਣ ਲੱਗੇ। ਇਸ ਇਕੁਏਸ਼ਨ ਇੰਨੇ ਵਧੀਆ ਤਰੀਕੇ ਨਾਲ ਲॉ ਕਰਵਾਉਂਗੇ ਕਿ ਤੁਹਾਨੂੰ ਮੇਰੀ ਵੀਡੀਓ ਬਹੁਤ ਪਸੰਦ ਆਏਗੀ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਬੋਇਲਸ ਲੋ ਦੀ ਗੱਲ ਕਰ ਰਹੇ ਹਾਂ। ਬੋਇਲਸ ਲੋ ਦੇ ਵਿੱਚ ਅਸੀਂ ਪ੍ਰੈਸ਼ਰ ਤੇ ਵੋਲਿਊਮ ਦਾ ਰਿਲੇਸ਼ਨਸ਼ਿਪ ਪੜ੍ਹਨਾ ਹੁੰਦਾ ਹੈ। ਬੇਸਿਕਲੀ ਗੈਸ ਲॉज ਦੀ ਮੈਂ ਗੱਲ ਕਰਾਂ, ਇਹਨਾਂ ਦੇ ਵਿੱਚ ਅਸੀਂ ਕੀ ਕਰਾਂਗੇ ਕਿ ਅਸੀਂ ਕਿਸੇ ਵੀ ਦੋ ਕੁਆਂਟੀਟੀਜ਼ ਦੇ ਰਿਲੇਸ਼ਨ ਦੀ ਗੱਲ ਕਰਾਂਗੇ, ਤੀਜੇ ਨੂੰ ਕਾਂਸਟੈਂਟ ਰੱਖ ਕੇ। ਸੋ ਸ਼ੁਰੂ ਕਰਦੇ ਹਾਂ। ਇਸ ਬੋਇਲਸ ਲॉ ਦੇ ਵਿੱਚ ਅਸੀਂ P ਤੇ V ਦਾ ਰਿਲੇਸ਼ਨ ਪੜ੍ਹਨਾ, ਯਾਨੀ ਕਿ ਪ੍ਰੈਸ਼ਰ ਤੇ ਵੋਲਿਊਮ ਦਾ ਰਿਲੇਸ਼ਨ ਪੜ੍ਹਨਾ। ਸੋ PV = nRT ਸਾਡੇ ਕੋਲ ਇਕੁਏਸ਼ਨ ਹੈ। ਠੀਕ ਹੈ, ਵੇਟ ਅ ਮਿੰਟ, ਆਪਾਂ ਥੋੜਾ ਟਾਈਟ ਲਿਖਦੇ ਹਾਂ ਕਿਉਂਕਿ ਆਪਾਂ ਇੱਕ ਪੇਜ से ज़्यादा डिस्कस करना है तो अपने को पेज इन्ने है नहीं। PV = nRT, राइट। उस तो बाद हैगा ਹੁਣ ਦੇਖੋ ਗੱਲ ਮੈਂ PV ਦੀ ਕਰਨੀ ਆ ਤਾਂ PV ਇੱਕ ਸਾਈਡ ਤੇ ਮੇਰੇ ਕੋਲ ਪਹਿਲਾਂ ਹੀ ਆ, ਨਹੀਂ ਤਾਂ ਮੈਨੂੰ ਸ਼ਿਫਟਿੰਗ ਕਰਨੀ ਪੈਂਦੀ, ਲੈਫਟ ਹੈਂਡ ਟੂ ਰਾਈਟ ਹੈਂਡ ਕਰਨਾ ਪੈਂਦਾ ਜਾਂ ਰਾਈਟ ਹੈਂਡ ਸਾਈਡ ਟੂ ਲੈਫਟ ਹੈਂਡ ਸਾਈਡ ਕਰਨਾ ਪੈਂਦਾ। ਸੋ PV = ਦੇਖੋ ਹੁਣ ਮੈਂ ਤੁਹਾਨੂੰ ਕੀ ਕਿਹਾ ਸੀ, ਬਾਕੀ ਹਰ ਚੀਜ਼ ਕਾਂਸਟੈਂਟ ਹੋ ਜੂਗੀ ਤਾਂ ਇਹਨਾਂ ਨੂੰ ਮੈਂ K ਲਿਖ ਸਕਦੀ ਹਾਂ। ਕਾਂਸਟੈਂਟ ਤਿੰਨਾਂ ਨੂੰ ਮਿਲਾ ਕੇ ਇੱਕ ਵੱਡਾ ਕਾਂਸਟੈਂਟ ਬਣਾਤਾ ਮੈਨੇ K। ਠੀਕ ਹੈ ਜੀ। ਹੁਣ PV = K ਨੂੰ ਮੈਂ ਇੱਦਾਂ ਲਿਖ ਸਕਦੀ ਹਾਂ, P = K/V। ਇਹ ਚੀਜ਼ ਇੱਧਰ ਆ ਗਈ, ਡਿਵਾਈਡ ਹੋ ਜਾਏਗੀ, ਉਧਰ ਮਲਟੀਪਲਾਈ 'ਚ ਹੈ। ਉਸ ਤੋਂ ਬਾਅਦ ਕਿਸੇ ਵੀ ਪ੍ਰਪੋਰਸ਼ਨਲ ਜਿਹੜਾ ਕਾਂਸਟੈਂਟ ਹੈ ਉਹਨੂੰ ਹਟਾਉਣ ਲਈ ਅਸੀਂ ਪ੍ਰਪੋਰਸ਼ਨੈਲਿਟੀ ਦਾ ਸਾਈਨ ਲਗਾਉਂਦੇ ਹਾਂ। ਲਗਾਤਾ, ਕਾਂਸਟੈਂਟ ਦੀ ਜਗ੍ਹਾ ਫਿਰ 1 ਆ ਜਾਏਗਾ, 1/V। ਆ ਮੇਰੇ ਕੋਲ ਇੱਕ ਬਹੁਤ 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 ਇੰਪੋਰਟੈਂਟ ਰਿਲੇਸ਼ਨ ਡਰਾਈਵ ਹੋ ਗਿਆ ਬੋਇਲਸ ਲੋ ਦਾ ਕਿ ਜਿਹੜਾ ਮੇਰਾ ਪ੍ਰੈਸ਼ਰ ਹੈ ਵੋਲਿਊਮ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ। ਬਟ ਇੱਕ ਕੰਡੀਸ਼ਨ ਹੈ। ਇਹ ਚੀਜ਼ ਕਦੋਂ ਫੋਲੋ ਹੋਏਗੀ? ਇਹ ਉਦੋਂ ਫੋਲੋ ਹੋਏਗੀ ਜਦੋਂ ਸਾਡਾ ਜਿਹੜਾ ਟੈਂਪਰੇਚਰ ਹੈ ਉਹ ਕਾਂਸਟੈਂਟ ਹੋਏਗਾ। ਜਦੋਂ ਸਾਡਾ ਟੈਂਪਰੇਚਰ ਕਾਂਸਟੈਂਟ ਹੋਏਗਾ ਉਦੋਂ ਹੀ ਇਹ ਕੰਡੀਸ਼ਨ ਸਾਡੀ ਅਪਲਾਈ ਕਰੇਗੀ। ਹੁਣ ਮੈਂ ਕਿਵੇਂ ਯਾਦ ਰੱਖਾਂ ਕਿ ਟੈਂਪਰੇਚਰ ਕਾਂਸਟੈਂਟ ਹੋਏਗਾ? ਚਲੋ ਇਹ ਤਾਂ ਮੈਂ ਡਿਰਾਈਵ ਕਰ ਵੀ ਲਊਂਗੀ ਕਿ P ਮੇਰਾ ਡਾਇਰੈਕਟਲੀ ਇਨਵਰਸਲੀ ਪ੍ਰਪੋਰਸ਼ਨਲ ਹੈ ਵੋਲਿਊਮ ਦੇ। ਤਾਂ ਦੇਖੋ ਸਾਡਾ ਜਿਹੜਾ ਕਾਂਸਟੈਂਟ ਹੈ ਉਹ ਕੀ ਹੈ? nRT ਹੈ, ਜਿਹਦੇ ਵਿੱਚ ਨੰਬਰ ਆਫ ਮੋਲਸ ਤਾਂ ਮੇਰੇ ਪਹਿਲਾਂ ਹੀ ਕਾਂਸਟੈਂਟ ਹੈ। ਮੇਰਾ ਯੂਨੀਵਰਸਲ ਗੈਸ ਕਾਂਸਟੈਂਟ ਤਾਂ ਵੈਸੇ ਹੀ ਕਾਂਸਟੈਂਟ ਹੈ, ਤਾਂ ਮੈਂ ਇਹਨੂੰ ਇਹ ਲਿਖ ਸਕਦੀ ਹਾਂ K = small k ਲੈ ਲੈਣਾ। ਦੋਨੋਂ ਕਾਂਸਟੈਂਟਸ ਨੂੰ ਮਿਲਾਤਾ ਮੈਨੇ, K ਬਣਾਤਾ। ਠੀਕ ਹੈ, ਤੇ ਮੈਂ ਇੱਧਰ ਆ ਗਿਆ ਮੇਰੇ ਕੋਲ ਟੈਂਪਰੇਚਰ ਉਵੇਂ ਦਾ ਉਵੇਂ। ਤਾਂ ਮੈਂ ਕੀ ਸੌਰੀ ਠੀਕ ਹੈ, ਮੈਂ ਇਹਨੂੰ ਕੀ ਲਿਖ ਸਕਦੀ? ਜੇ ਨੋਟ ਨਹੀਂ ਕੀਤਾ ਥੋੜਾ ਪਿੱਛੇ ਕਰਕੇ ਪਲੀਜ਼ ਨੋਟ ਕਰ ਲਓ। ਸੋ ਇਹਦੇ ਵਿੱਚ ਮੈਂ ਇਹਨੂੰ ਕੀ ਲਿਖ ਸਕਦੀ ਹਾਂ? ਆਪਾਂ ਕਿੱਥੇ ਸੀ ਕਿ ਜਿਹੜਾ ਸਾਡਾ K ਹੈ ਉਹ ਇਹ ਚੀਜ਼ 'ਤੇ ਆ ਗਿਆ ਸੀਗਾ। ਠੀਕ ਹੈ, ਤਾਂ ਮੈਂ ਇੱਥੇ ਪ੍ਰਪੋਰਸ਼ਨੈਲਿਟੀ ਕਾਂਸਟੈਂਟ ਨੂੰ ਹਟਾਉਣ ਲਈ ਡਾਇਰੈਕਟਲੀ ਪ੍ਰਪੋਰਸ਼ਨਲ ਕਰ ਸਕਦੀ ਹਾਂ। ਠੀਕ ਹੈ, ਡਾਇਰੈਕਟਲੀ ਪ੍ਰਪੋਰਸ਼ਨਲ ਕੀਤਾ ਟਾਈਮ ਦੇ ਅਤੇ ਇਹ ਟੈਂਪਰੇਚਰ ਦੇ। ਤਾਂ ਇਹ ਚੀਜ਼ ਸਾਨੂੰ ਦੱਸਦੀ ਹੈ ਕਿ ਜਦੋਂ ਟੈਂਪਰੇਚਰ ਕਾਂਸਟੈਂਟ ਹੋਏਗਾ ਉਦੋਂ ਹੀ ਸਾਡੀ ਉਹ ਇਕੁਏਸ਼ਨ ਸੈਟਿਸਫਾਈਡ ਹੋਏਗੀ, ਉਦੋਂ ਹੀ ਸਾਡਾ ਲॉ ਸੈਟਿਸਫਾਈ ਹੋਏਗਾ। ਠੀਕ ਹੈ, ਹੁਣ ਅਸੀਂ ਚੱਲਦੇ ਹਾਂ। ਅਸੀਂ ਕੀ ਪੜ੍ਹਿਆ? ਮੇਨ ਚੀਜ਼ਾਂ ਦੇਖ ਲਿਆ ਫਟਾਫਟ ਕਿ ਜਿਹੜਾ ਸਾਡਾ ਵੋਲਿਊਮ ਹੈ ਇਨਵਰਸਲੀ ਪ੍ਰਪੋਰਸ਼ਨਲ ਹੈ ਪ੍ਰੈਸ਼ਰ ਦੇ, ਜਾਂ ਅਸੀਂ ਕਹਿ ਸਕਦੇ ਜਿਹੜਾ ਸਾਡਾ ਪ੍ਰੈਸ਼ਰ ਹੈ ਉਹ ਇਨਵਰਸਲੀ ਪ੍ਰਪੋਰਸ਼ਨਲ ਹੈ ਵੋਲਿਊਮ ਦੇ। ਠੀਕ ਹੈ, ਇਹੀ ਚੀਜ਼ ਅਸੀਂ ਪੜ੍ਹੀ ਸੀਗੀ। ਹੁਣ ਇਹ ਤੋਂ ਮੈਂ ਇੱਕ ਚੀਜ਼ ਹੋਰ ਕੰਕਲੂਡ ਕਰ ਸਕਦੀ ਹਾਂ। ਇਹ ਤਾਂ ਚੀਜ਼ ਹੋ ਗਈ। ਆਪਾਂ ਇੱਥੇ ਰੁਕੇ ਸੀ ਨਾ, ਆ ਕੇ ਇੱਥੇ ਰੁਕੇ ਸੀ। ਉਲਟ ਵੀ ਕਰ ਸਕਦੇ ਹੋ, ਉਦੋਂ ਮੈਂ P ਲਿਖਿਆ ਸੀਗਾ ਅਤੇ V ਨੀਚੇ ਲਿਖਿਆ ਸੀ, ਨੋਟ ਵਾਲੀ। ਠੀਕ ਹੈ, ਤਾਂ ਵੋਲਿਊਮ ਮੇਰਾ ਹਜੇ ਵੀ ਉਵੇਂ ਚੀਜ਼ ਹੈ। ਜਿਹੜੀ ਮੇਰੀ ਵੋਲਿਊਮ ਹੈ ਕਿਹਦੇ ਬਰਾਬਰ ਹੈ? ਕਾਂਸਟੈਂਟ ਅਪੋਨ ਪ੍ਰੈਸ਼ਰ ਦੇ। ਤਾਂ ਮੈਂ ਇੱਥੋਂ ਇਹ ਚੀਜ਼ ਨੋਟ ਕਰ ਸਕਦੀ ਹਾਂ ਕਿ ਜਿਹੜਾ ਮੇਰਾ PV ਹੈ ਉਹ K ਦੇ ਬਰਾਬਰ ਹੈ। ਤੁਸੀਂ ਕਹੋਗੇ ਇੱਥੋਂ ਹੀ ਤਾਂ ਸਟਾਰਟ ਕੀਤਾ ਸੀ। ਇਹ ਤੋਂ ਕਨਕਲੂਜਨ ਮੇਰਾ ਇਹ ਨਿਕਲਦਾ ਹੈ
कि ਜਿਹੜਾ ਮੇਰਾ PV ਦਾ ਪ੍ਰੋਡਕਟ ਹੈ ਕੌਨਸਟੈਂਟ ਆਏਗਾ, ਜਿਹੜਾ ਮੇਰਾ PV ਦਾ ਪ੍ਰੋਡਕਟ ਹੈ ਕੌਨਸਟੈਂਟ ਆਏਗਾ। ਤੇ ਇਹ ਤੋਂ ਮੈਂ ਇੱਕ ਕਨਕਲੂਜਨ ਫਿਰ ਹੋਰ ਕੱਢ ਸਕਦੀ ਹਾਂ ਕਿ ਜਿਹੜਾ ਮੇਰਾ P1 V1 ਹੈ, ਯਾਨੀ ਕਿ P1 ਪ੍ਰੈਸ਼ਰ ਤੇ ਵੋਲਿਊਮ ਦੀ ਮਲਟੀਪਲਾਈ ਦੂਸਰੇ ਪ੍ਰੈਸ਼ਰ ਤੇ ਵੋਲਿਊਮ ਦੇ ਬਰਾਬਰ ਹੋਏਗੀ, ਪ੍ਰੈਸ਼ਰ ਤੇ ਵੋਲਿਊਮ ਦੇ ਪ੍ਰੋਡਕਟ ਦੇ। ਕਹਿਣ ਦਾ ਮਤਲਬ ਕਿ P1 V1 ਬਰਾਬਰ ਹੋਏਗਾ P2 V2 ਦੇ। ਕਿਵੇਂ? ਦੇਖੋ ਧਿਆਨ ਨਾਲ ਦੇਖੋ, ਜੇ ਮੇਰਾ ਇਹ ਵੀ ਕੌਨਸਟੈਂਟ ਹੈ ਤੇ ਇਹ ਵੀ ਕੌਨਸਟੈਂਟ ਹੈ ਤੇ ਬਰਾਬਰ ਹੀ ਹੋਣਗੇ। ਹੁਣ ਇਹਨੂੰ ਐਗਜ਼ਾਮਪਲ ਨਾ ਸਮਝੋ, ਕਿਉਂਕਿ ਮੈਂ ਤਾਂ ਕਹਿੰਦੀ ਹਾਂ ਮੈਂ ਨਹੀਂ ਮੰਨਦੀ ਇਸ ਗੱਲ ਨੂੰ, ਮੈਂ ਆਪਣੀ ਕਈ ਗੱਲ ਨੂੰ ਨਹੀਂ ਮੰਨਦੀ। ਸੋ ਹੁਣ ਹੀ ਪ੍ਰੂਫ ਕਰਕੇ ਦਿਖਾਉਂਦੀ ਹਾਂ ਮੈਂ, ਦੇਖੋ ਮੰਨ ਲਓ ਪ੍ਰੈਸ਼ਰ ਤੇ ਵੋਲਿਊਮ ਦੀ ਗੱਲ ਕਰਦੇ ਹਾਂ। ਮੈਂ ਲੈ ਲਿਆ ਪ੍ਰੈਸ਼ਰ ਇੱਥੇ, ਫਰਸਟਲੀ ਮੈਂ ਪ੍ਰੈਸ਼ਰ ਲੈ ਲਿਆ, ਚਲੋ ਮੰਨ ਲਓ ਮੈਂ ਲੈ ਲਿਆ 8 ਤੇ ਮੇਰੀ ਜਿਹੜੀ ਵੋਲਿਊਮ ਸੀ ਉਹ ਸੀਗੀ 4 ਬਾਈ ਚਾਂਸ, ਮੰਨ ਲਓ, ਠੀਕ ਹੈ, ਐਗਜ਼ਾਮਪਲ ਹੈ। ਉਸ ਤੋਂ ਬਾਅਦ ਜੇ ਮੈਂ ਪ੍ਰੈਸ਼ਰ ਨੂੰ ਘਟਾ ਕੇ 4 ਕਰਦਾ ਤਾਂ ਮੇਰੀ ਵੋਲਿਊਮ ਜਿਹੜੀ ਹੈ ਉਹ ਕਿਹਦੇ ਬਰਾਬਰ ਹੋ ਜਾਏਗੀ? ਗੈਸ ਕਰੋ, ਵੀਡੀਓ ਪੌਜ਼ ਕਰਕੇ ਗੈਸ ਕਰੋ। ਦੇਖੋ 4 8 ਦਾ ਕਿੰਨਾ ਹੁੰਦਾ ਆਪਣਾ ਕੋਲ, 4 8 24 ਹੁੰਦਾ। ਤਾਂ ਇਹ ਜਿਹੜੀ ਚੀਜ਼ ਹੈ ਮੇਰੇ ਕੋਲ 6 ਹੋ ਜਾਏਗੀ ਆਟੋਮੈਟਿਕਲੀ, ਤਾਂ ਕਿ ਜਿਹੜਾ ਪ੍ਰੋਡਕਟ ਆ ਉਹ ਕੌਨਸਟੈਂਟ ਰਹੇ। ਸਾਰੀ ਜ਼ਿੰਮੇਵਾਰੀ ਫਿਰ ਵੋਲਿਊਮ 'ਤੇ ਆ ਜਾਂਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਚੱਲੀਏ ਹੁਣ ਅਸੀਂ ਇਹਦੇ ਵਿੱਚ। ਦੇਖੋ ਧਿਆਨ ਨਾਲ, ਤੁਹਾਨੂੰ ਮੈਂ ਐਗਜ਼ਾਮਪਲ ਦੁਆਰਾ ਕੱਢਿਆ, ਐਕਚੁਅਲੀ ਇਰੇਜ਼ ਹੋ ਗਈ, ਮੈਂ ਪੈਨ ਲੈਣਾ ਚਾਹੁੰਦੀ ਸੀ, ਇਰੇਜ਼ ਹੀ ਹੋ ਗਈ। ਮੈਂ ਕੀ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਮੰਨ ਲਓ ਮੇਰੇ ਕੋਲ ਪ੍ਰੈਸ਼ਰ ਤੇ ਵੋਲਿਊਮਸ ਹੈ। ਪ੍ਰੈਸ਼ਰ ਪਹਿਲਾਂ ਮੈਂ ਲੈ ਲਿਆ 8, ਫਿਰ ਮੈਂ ਲੈ ਲਿਆ 4। ਤਾਂ ਜੇ ਇੱਥੇ ਮੇਰੀ ਵੋਲਿਊਮ ਉਸ ਟਾਈਮ 'ਤੇ, ਉਸ ਪਰਟੀਕੂਲਰ ਟਾਈਮ 'ਤੇ 4 ਸੀਗੀ, 8 4 ਦਾ ਮੇਰੇ ਕੋਲ 24 ਆ ਰਿਹਾ ਸੀ। ਇੱਥੇ ਮੰਨ ਲਓ, ਰੁਕੋ, ਆਹ ਮੰਨ ਲਓ ਸਾਡਾ P1 ਹੈ, ਆਹ ਸਾਡਾ V1 ਹੈ, ਆਹ ਸਾਡਾ P2 ਹੈ, ਆਹ ਸਾਡਾ V2 ਹੈਗਾ, ਇਹਨੂੰ ਛੱਡ ਦਿਓ, ਠੀਕ ਹੈ। ਉਸ ਤੋਂ ਬਾਅਦ ਮੇਰੇ V2 ਦੀ ਵੈਲਿਊ ਕਿੰਨੀ ਹੋ ਜਾਏਗੀ? ਓਬਵੀਅਸਲੀ ਉਹਨੂੰ ਕਿੰਨਾ ਹੋਣਾ ਪਏਗਾ? 6 ਹੋਣਾ ਪਏਗਾ, ਤਾਂ ਕਿ ਜਿਹੜਾ ਪ੍ਰੋਡਕਟ ਹੈ ਕੌਨਸਟੈਂਟ ਰਹੇ, ਠੀਕ ਹੈ। ਇਹ ਚੀਜ਼ ਕਹਿੰਦੀ ਹੈ। ਸੋ ਇਸ ਲਾਅ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ਜਿਹੜਾ ਪ੍ਰੋਡਕਟ ਹੈ ਵੋਲਿਊਮ ਤੇ ਪ੍ਰੈਸ਼ਰ ਦਾ, ਇੱਕ ਗਿਵਨ ਮਾਸ ਆਫ ਗੈਸ ਤੇ ਉਹ ਕੌਨਸਟੈਂਟ ਹੁੰਦਾ ਐਟ ਅ ਕੌਨਸਟੈਂਟ ਟੈਂਪਰੇਚਰ। ਹੁਣ ਮੈਂ ਗੱਲ ਕਰਾਂ ਮੇਨ ਬੋਇਲਜ਼ ਲਾਅ ਦੀ, ਉਹ ਕੀ ਹੈ, ਡੈਫੀਨੇਸ਼ਨ ਕੀ ਹੈ, ਸਟੇਟ ਕੀ ਕਰਦਾ ਹੈ ਲਾਅ? ਤਾਂ ਅਸੀਂ ਲਿਖਾਂਗੇ ਦ ਵੋਲਿਊਮ ਆਫ ਅ ਗਿਵਨ ਮਾਸ ਆਫ ਅ ਗੈਸ। ਇੱਕ ਵੋਲਿਊਮ ਲੈ ਲਈ ਅਸੀਂ ਗਿਵਨ ਮਾਸ ਆਫ ਗੈਸ ਦੀ, ਯਾਨੀ ਕਿ ਗੈਸ ਹੈ ਜਿਹਦਾ ਸਾਨੂੰ ਗਿਵਨ ਮਾਸ ਹੈ ਕੁਝ, ਤੇ ਉਹਦੀ ਜਿਹੜੀ ਵੋਲਿਊਮ ਹੈ ਉਸ ਮਾਸ ਤੇ, ਉਸ ਗਿਵਨ ਮਾਸ ਤੇ ਜਿਹੜੀ ਵੋਲਿਊਮ ਹੈ ਉਹਦੀ ਉਹ ਇਨਵਰਸਲੀ ਪ੍ਰੋਪੋਰਸ਼ਨਲ ਹੋਏਗੀ ਉਸਦੇ ਪ੍ਰੈਸ਼ਰ ਦੇ ਐਟ ਅ ਕੌਨਸਟੈਂਟ ਟੈਂਪਰੇਚਰ। ਜਦੋਂ ਮੇਰਾ ਟੈਂਪਰੇਚਰ ਕੌਨਸਟੈਂਟ ਹੋਏਗਾ ਤਾਂ ਜਿਹੜੀ ਵੋਲਿਊਮ ਹੋਏਗੀ ਉਸ ਗੈਸ ਦੀ ਗਿਵਨ ਮਾਸ ਤੇ ਉਹ ਇਨਵਰਸਲੀ ਪ੍ਰੋਪੋਰਸ਼ਨਲ ਹੋਏਗੀ ਉਸਦੇ ਪ੍ਰੈਸ਼ਰ ਤੇ। ਇਹ ਮੇਰਾ ਬੋਇਲਜ਼ ਲਾਅ ਕਹਿੰਦਾ ਸੀ। ਇਹੀ ਮੈਂ ਤੁਹਾਨੂੰ ਪ੍ਰੂਫ ਕੀਤੇ ਸੀ ਦੋ ਰਿਲੇਸ਼ਨ, ਕਿ ਜਿਹੜਾ ਮੇਰਾ ਕੌਨਸਟੈਂਟ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਟੈਂਪਰੇਚਰ ਦੇ, ਤੇ ਜਿਹੜਾ ਮੇਰੀ ਵੋਲਿਊਮ ਹੈ ਇਨਵਰਸਲੀ ਪ੍ਰੋਪੋਰਸ਼ਨਲ ਹੈ ਆਪਣਾ ਪ੍ਰੈਸ਼ਰ ਦੇ, ਠੀਕ ਹੈ। ਬੋਇਲਜ਼ ਲਾਅ ਚੰਗੀ ਤਰ੍ਹਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੈਗਾ। ਮੈਂ ਆਪਣੇ ਵੱਲੋਂ 100% ਦਿੱਤਾ। ਰਹੀ ਗੱਲ ਇਹਦੇ ਗ੍ਰਾਫਸ ਦੀ, ਉਹ ਵੀ ਮੈਂ ਤੁਹਾਨੂੰ ਕਰਵਾ ਦਾਂਗੀ। ਹੁਣ ਅਸੀਂ ਚੱਲਦੇ ਹਾਂ ਅੱਗੇ ਸੈਕਿੰਡ ਲਾਅ ਤੇ, ਠੀਕ ਹੈ। ਸੈਕਿੰਡ ਲਾਅ ਬਹੁਤ ਈਜ਼ੀ ਹੈ। ਸੈਕਿੰਡ ਲਾਅ ਦਾ ਨਾਮ ਕੀ ਹੈ? ਚਾਰਲਸ ਲਾਅ। ਫਟਾਫਟ ਨੋਟ ਕਰੋ ਨੋਟਬੁੱਕਸ ਤੇ, ਚਾਰਲਸ ਲਾਅ। ਬਹੁਤ ਈਜ਼ੀ ਲਾਅ ਹੈ ਚਾਰਲਸ ਲਾਅ। ਇਹਦੇ ਵਿੱਚ ਅਸੀਂ T ਤੇ V, ਟੈਂਪਰੇਚਰ ਤੇ ਵੋਲਿਊਮ ਦਾ ਰਿਲੇਸ਼ਨ ਪੜ੍ਹਨਾ। ਆਈ ਹੋਪ ਤੁਹਾਨੂੰ ਫਸਟ ਲਾਅ ਸਮਝ ਆਇਆ ਹੋਵੇਗਾ। ਜੇ ਥੋੜੀ ਡਿਫਿਕਲਟ ਵੀ ਲੱਗਿਆ, ਇੱਕ ਵਾਰ ਵੀਡੀਓ ਦੇ ਚਾਰੋਂ ਲਾਅ ਦੇਖ ਲਿਓ, ਤੁਹਾਨੂੰ ਇਕੁਏਸ਼ਨ ਯੂਜ਼ ਕਰਨੀ ਆ ਜਾਊਗੀ, ਇਕੁਏਸ਼ਨ ਨਾਲ ਲਾਅ ਕਿਵੇਂ ਕੱਢਣੇ ਆ, ਠੀਕ ਹੈ। ਸੋ ਸਟਾਰਟ ਕਰਦੀ ਹਾਂ ਮੈਂ। ਆਈ ਹੋਪ ਤੁਹਾਨੂੰ ਨੋਟ ਕਰ ਲਿਆ ਹੋਏਗਾ ਕਿ ਇਹਦੇ ਵਿੱਚ ਅਸੀਂ T ਤੇ V ਦਾ ਰਿਲੇਸ਼ਨ ਦੇਖਣਾ। ਸੋ ਦੇਖੋ PV ਇਜ਼ ਇਕੁਅਲ ਟੂ NRT। ਗੱਲ ਅਸੀਂ ਕਿਹਦੀ ਕਰਨੀ ਹੈ? T ਤੇ V ਦੀ। ਹੁਣ ਰੁਕ ਜਾਓ, ਬੁੱਕ ਦੇਖ ਕੇ ਬੰਦ ਨਾ ਕਰ ਦਿਓ ਮੇਰੀ ਵੀਡੀਓ, ਕਿ ਤੁਸੀਂ ਕਹੋਗੇ ਕਿ ਮੇਰੀ ਬੁੱਕ ਦੇ ਵਿੱਚ ਤਾਂ ਡਿਫਰੈਂਟ ਹੈ। ਜੋ ਤੁਹਾਡੀ ਬੁੱਕ ਦੇ ਵਿੱਚ ਲਿਖਿਆ ਹੋਇਆ ਨਾ 1/273 ਵਾਲਾ, ਉਹ ਕੰਸੈਪਟ ਮੈਂ ਇਸ ਤੋਂ ਬਾਅਦ ਸਮਝਾਉਂਗੀ। ਪਹਿਲਾਂ ਇਹਦੀ ਨੋਰਮਲ ਡੈਫੀਨੇਸ਼ਨ ਦੇਖਾਂਗੇ, ਫਿਰ ਉਹ ਵਾਲਾ ਕੰਸੈਪਟ ਕਰਾਂਗੇ, ਠੀਕ ਹੈ ਨਾ। ਪਹਿਲਾਂ ਇਹ ਵਾਲਾ ਸਮਝ ਲਓ, PV ਇਜ਼ ਇਕੁਅਲ ਟੂ NRT। ਸੋ ਇਹਦੇ ਵਿੱਚ V ਤੇ T ਦੀ ਮੈਂ ਗੱਲ ਕਰਨੀ ਹੈ, ਤਾਂ V ਤੇ T ਨੂੰ ਆਪਾਂ ਰੱਖਾਂਗੇ, ਬਾਕੀਆਂ ਨੂੰ ਕੌਨਸਟੈਂਟ ਰੱਖ ਦਾਂਗੇ। ਸੋ V ਇਜ਼ ਇਕੁਅਲ ਟੂ NR/P, ਤੇ ਇੱਧਰ T ਦਾ T ਰਹੇਗਾ। ਤਾਂ ਹੁਣ ਦੇਖੋ ਆਹ ਚੀਜ਼ ਮੇਰੀ ਕੌਨਸਟੈਂਟ ਹੈ। ਨੰਬਰ ਆਫ ਮੋਲਸ ਮੇਰੇ ਹਰ ਵਾਰ ਕੌਨਸਟੈਂਟ ਰਹਿਣਗੇ, ਠੀਕ ਹੈ ਨਾ। ਇਹ ਤਾਂ ਪਹਿਲਾਂ ਹੀ ਕੌਨਸਟੈਂਟ ਹੈ ਸਾਡਾ, ਇਹ ਤਾਂ ਅਸੀਂ ਪਹਿਲਾਂ ਹੀ ਕੌਨਸਟੈਂਟ ਲਿੱਤਾ ਸੀ। ਤੁਹਾਨੂੰ ਅਗਲੀ ਵੀਡੀਓ 'ਚ ਪਤਾ ਲੱਗ ਜਾਏਗਾ ਕਿ ਕਿੱਥੋਂ ਆਇਆ ਸੀ। ਉਸ ਤੋਂ ਬਾਅਦ ਪ੍ਰੈਸ਼ਰ ਅਸੀਂ ਕੌਨਸਟੈਂਟ ਲੈ ਲਾਂਗੇ, ਕਿਉਂਕਿ ਅਸੀਂ V ਤੇ T ਦੀ ਗੱਲ ਕਰਨੀ ਹੈ, 2 ਦੀ ਗੱਲ ਕਰਨੀ ਹੈ, ਤਾਂ ਤੀਜੇ ਨੂੰ ਤਾਂ ਕੌਨਸਟੈਂਟ ਰੱਖਣਾ ਹੀ ਪਏਗਾ। ਨੰਬਰ ਆਫ ਮੋਲਸ ਮੇਰੇ ਪਹਿਲਾਂ ਹੀ ਕੌਨਸਟੈਂਟ ਸੀ, R ਵੀ ਕੌਨਸਟੈਂਟ ਸੀ। V ਤੇ T ਦੀ ਮੈਂ ਗੱਲ ਕਰਨੀ ਸੀ, ਤਾਂ P ਨੂੰ ਆਟੋਮੈਟਿਕਲੀ ਕੌਨਸਟੈਂਟ ਹੋਣਾ ਪਿਆ, ਠੀਕ ਹੈ ਨਾ। ਥੋੜਾ ਮੈਸ ਹੋ ਗਿਆ ਸੀ, ਥੋੜਾ ਸਾਫ਼ ਕੀਤਾ, ਠੀਕ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ। ਇੱਥੇ ਤੱਕ ਅਸੀਂ ਪਹੁੰਚ ਗਏ, ਤਾਂ V ਇਜ਼ ਇਕੁਅਲ ਟੂ KT ਆ ਜਾਏਗਾ ਮੇਰੇ ਕੋਲ, ਕਿਉਂਕਿ ਇਹਨਾਂ ਨੂੰ ਮੈਂ ਕਰਕੇ ਚੇਂਜ ਕਰਕੇ ਇੱਕ ਵੱਡਾ ਕੌਨਸਟੈਂਟ ਲਿਖਤਾ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਕੌਨਸਟੈਂਟ ਦੇ ਜਿਹੜਾ ਪ੍ਰੋਪੋਰਸ਼ਨੈਲਿਟੀ ਕੌਨਸਟੈਂਟ, ਇਹਨੂੰ ਹਟਾਉਣ ਲਈ ਮੈਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਲਾਤਾ।
ਤਾਂ ਇਹ ਕੀ ਆ ਜਾਏਗਾ, ਵੋਲਿਊਮ ਜਿਹੜੀ ਹੈ ਮੇਰੀ ਟੈਂਪਰੇਚਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਜਾਏਗੀ। ਵੋਲਿਊਮ ਮੇਰੀ ਟੈਂਪਰੇਚਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਜਾਏਗੀ। ਇਹੀ ਸਾਡਾ ਚਾਰਲਸ ਲੋ ਕਹਿੰਦਾ, ਠੀਕ ਹੈ ਨਾ। ਚਾਰਲਸ ਲੋ ਦੀ ਇੱਕ ਮੈਂ ਤੁਹਾਨੂੰ ਡੈਫੀਨੇਸ਼ਨ ਦੱਸਦਾ। ਤਾਂ ਚਾਰਲਸ ਲੋ ਦੀ ਜਿਹੜੀ ਡੈਫੀਨੇਸ਼ਨ ਉਹ ਇਹ ਕਹਿੰਦੀ ਹੈ ਕਿ ਜਿਹੜੀ ਵੋਲਿਊਮ ਹੈ, ਠੀਕ ਹੈ ਨਾ, ਗੈਸ ਦੇ ਇੱਕ ਗਿਵਨ ਮਾਸ ਦੀ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗੀ ਉਹਦੇ ਐਬਸੋਲਿਊਟ ਜਾਂ ਕੈਲਵਿਨ ਟੈਂਪਰੇਚਰ ਦੇ ਐਟ ਕੌਨਸਟੈਂਟ ਪ੍ਰੈਸ਼ਰ, ਠੀਕ ਹੈ ਨਾ। ਹੁਣ ਮੈਂ ਇਹਦੀ ਗੱਲ ਕਰਾਂ, PV ਇਜ਼ ਇਕੁਅਲ ਟੂ nRT ਦੇ ਵਿੱਚੋਂ ਕੀ ਚੀਜ਼ ਕੌਨਸਟੈਂਟ ਰੱਖਣੀ ਸੀ ਮੈਂ ਇਹਦੇ ਵਿੱਚ, ਡਾਇਰੈਕਟਲੀ ਪ੍ਰੋਪੋਰਸ਼ਨਲ ਦੀ ਤਾਂ ਪਤਾ ਲੱਗ ਗਿਆ ਕਿ V T ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਮੇਰੇ ਯਾਦ ਨਹੀਂ ਰਿਹਾ, ਮੰਨ ਲਓ ਕਿ ਕੌਨਸਟੈਂਟ ਰੱਖਣਾ ਸੀ, ਤਾਂ ਮੈਨੂੰ ਕਿਵੇਂ ਪਤਾ ਲੱਗੇਗਾ, ਐਵੇਂ। ਤਾਂ ਮੈਨੂੰ ਪਤਾ ਲੱਗ ਗਿਆ ਕਿ K ਦੀ ਵੈਲਿਊ ਕੀ ਸੀ ਮੇਰੀ, NR/P। NR ਮੇਰਾ ਵੈਸੇ ਹੀ ਕੌਨਸਟੈਂਟ ਹੁੰਦਾ, ਤਾਂ ਮੈਂ ਇਹਨੂੰ ਕੀ ਲਿਖ ਸਕਦੀ ਹਾਂ, ਇਸ ਤਰ੍ਹਾਂ ਲਿਖ ਸਕਦੀ ਹਾਂ, ਸਮਾਲ k ਪਾ ਕੇ, ਠੀਕ ਹੈ। ਉਸ ਤੋਂ ਬਾਅਦ ਵੇਟ ਅ ਮਿੰਟ, ਆਪਾਂ ਥੋੜ੍ਹਾ ਜਿਹਾ ਰੋ ਇਰੇਸ ਕਰ ਲਈਏ, ਥੋੜੀ ਜਗ੍ਹਾ ਬਣਾ ਲਈਏ ਉਰੇ, ਚਲੋ। ਸੋ ਇਹਦੇ ਵਿੱਚ ਮੈਂ ਉਸ ਤੋਂ ਬਾਅਦ ਇਹਨੂੰ ਹਟਾ ਸਕਦੀ ਹਾਂ, ਇਸ ਨੂੰ ਹਟਾ ਸਕਦੀ ਹਾਂ ਮੈਂ, ਇਹਨੂੰ ਮੈंने ਹਟਾਤਾ ਜੀ, ਆ ਮੈंने ਲਾਤਾ ਜੀ। ਆ ਮੈਨੂੰ ਪਤਾ ਲੱਗ ਗਿਆ ਕਿ ਮੈंने ਪ੍ਰੈਸ਼ਰ ਜਿਹੜਾ ਕੌਨਸਟੈਂਟ ਰੱਖਣਾ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਹੁਣ ਅਸੀਂ। ਇਹਦੇ ਵਿੱਚ ਸਾਨੂੰ ਇਹ ਪਤਾ ਹੈ ਕਿ ਜਿਹੜੇ ਸਾਡੀ ਵੋਲਿਊਮ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਟੈਂਪਰੇਚਰ ਦੇ, ਇਸ ਕਰਕੇ ਮੈਂ ਇਹ ਚੀਜ਼ ਕਨਕਲੂਡ ਕਰ ਸਕਦੀ ਹਾਂ ਕਿ V1/T1 ਇਜ਼ ਇਕੁਅਲ ਟੂ V2/T2। ਜੇ ਕੋਈ ਚੀਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਹੈ, ਕੋਈ ਦੋ ਚੀਜ਼ਾਂ, ਤਾਂ ਆਪਾਂ ਉਹਨੂੰ ਇਸ ਫਾਰਮ 'ਚ ਲਿਖ ਸਕਦੇ ਹਾਂ, ਰਾਈਟ। ਜੇ ਮੈਂ ਕਹਾਂ ਕਿ A ਡਾਇਰੈਕਟਲੀ ਪ੍ਰੋਪੋਰਸ਼ਨਲ ਹੈ B ਦੇ, ਤਾਂ ਮੈਂ ਲਿਖ ਸਕਦੀ ਹਾਂ A1/B1 ਇਜ਼ ਇਕੁਅਲ ਟੂ A2/B2, ਕਿਉਂਕਿ ਉਹ ਕੌਨਸਟੈਂਟ ਨੇ ਆਪਸ ਦੇ ਵਿੱਚ, ਠੀਕ ਹੈ, ਡਾਇਰੈਕਟਲੀ ਪ੍ਰੋਪੋਰਸ਼ਨਲ ਨੇ। ਅਤੇ ਮੈਨੂੰ ਇਹ ਵੀ ਪਤਾ ਹੈ ਕਿ ਇਹ ਕਦੋਂ ਚੀਜ਼ ਹੋਏਗੀ, ਜਦੋਂ ਮੇਰਾ ਪ੍ਰੈਸ਼ਰ ਕੌਨਸਟੈਂਟ ਹੋਏਗਾ, ਠੀਕ ਹੈ ਨਾ। ਹੁਣ ਅਸੀਂ ਗੱਲ ਕਰਦੇ ਹਾਂ ਅਸਲੀ, ਇਹ ਤਾਂ ਅਸੀਂ ਅਲਟਰਨੇਟਿਵ ਫਾਰਮ ਦੇਖੀਏ ਚਾਰਲਸ ਲੋ ਦੀ, ਡੈਫੀਨੇਸ਼ਨ ਵੀ ਮੈਂ ਤੁਹਾਨੂੰ ਦੱਸਤੀ। ਹੁਣ ਇੱਕ ਵਾਰ ਰੀਅਲ ਲੋ ਦੇਖੀਏ, ਲੋ ਇਹ ਵੀ ਸਹੀ ਹੈ, ਬਟ ਇੱਕ ਹੋਰ ਡੈਫੀਨੇਸ਼ਨ ਮੰਨਦੇ ਹਾਂ ਅਸੀਂ ਚਾਰਲਸ ਲੋ ਦੀ। ਉਹ ਕੀ ਕਹਿੰਦੀ ਹੈ, ਧਿਆਨ ਨਾਲ ਸੁਣਨਾ, ਬੜੀ ਡਿਫੀਕਲਟ ਲੱਗਦੀ ਹੈ ਕਈ ਵਾਰ, ਬਟ ਬਹੁਤ ਈਜ਼ੀ ਹੈ, ਠੀਕ ਹੈ। ਮੈंने ਇੱਕ ਗੈਸ ਲਿੱਤੀ, ਉਹਦਾ ਇੱਕ ਗਿਵਨ ਮਾਸ ਲੈ ਲਿਆ ਗੈਸ ਦਾ, ਉਹਦੀ ਜਿਹੜੀ ਵੋਲਿਊਮ ਹੋਏਗੀ ਨਾ ਉਸ ਗਿਵਨ ਮਾਸ ਦੀ, ਮਤਲਬ ਜਿੰਨਾ ਮੈਂ ਮਾਸ ਲਿੱਤਾ ਗੈਸ ਦਾ, ਉਹਦੀ ਜਿਹੜੀ ਵੋਲਿਊਮ ਹੋਏਗੀ, ਜੇ ਮੈਂ ਉਹਦਾ 1 ਡਿਗਰੀ ਟੈਂਪਰੇਚਰ ਵਧਾਉਂਦੀ ਜਾਂ ਘਟਾਉਂਦੀ ਹਾਂ, 1 ਡਿਗਰੀ ਟੈਂਪਰੇਚਰ ਵਧਾਉਂਦੀ ਹਾਂ ਜਾਂ ਘਟਾਉਂਦੀ ਹਾਂ, ਤਾਂ ਉਹਦਾ ਵੋਲਿਊਮ 'ਤੇ ਜੋ ਅਸਰ ਪਏਗਾ ਉਹ ਕੀ ਹੋਏਗਾ, ਉਹ ਸੁਣੋ ਧਿਆਨ ਨਾਲ। ਇਹ ਚੀਜ਼ ਲੋ ਕਹਿੰਦਾ ਕਿ ਜੇ ਮੈਂ ਕਿਸੇ ਪਰਟੀਕੂਲਰ ਗੈਸ ਦੀ, ਠੀਕ ਹੈ, ਪਰਟੀਕੂਲਰ ਗੈਸ ਦੇ ਗਿਵਨ ਮਾਸ ਦੀ ਵੋਲਿਊਮ ਨੂੰ 1 ਡਿਗਰੀ ਟੈਂਪਰੇਚਰ 'ਤੇ ਵਧਾਉਂਦੀ ਹਾਂ, ਮਤਲਬ ਕਿ ਗੈਸ ਦਾ ਜਿਹੜਾ ਟੈਂਪਰੇਚਰ ਹੈ 1 ਡਿਗਰੀ ਵਧਾਉਂਦੀ ਹਾਂ ਜਾਂ ਘਟਾਉਂਦੀ ਹਾਂ, ਤਾਂ ਉਹਦੀ ਜਿਹੜੀ ਵੋਲਿਊਮ ਹੈ ਉਹ 0 ਡਿਗਰੀ 'ਤੇ ਜਿੰਨੀ ਸੀ ਨਾ, 0 ਡਿਗਰੀ 'ਤੇ ਜਿੰਨੀ ਸੀ, ਉਹਦਾ 1/273ਵਾਂ ਹਿੱਸਾ ਘਟ ਜਾਂਦੀ ਹੈ ਜਾਂ ਵੱਧ ਜਾਂਦੀ ਹੈ, ਠੀਕ ਹੈ ਜੀ। ਧਿਆਨ ਨਾਲ ਸੁਣੋ, ਇੱਕ ਵਾਰ ਫਿਰ ਸੁਣੋ। ਦ ਵੋਲਿਊਮ ਆਫ a given mass of gas increases or decreases by 1/273 of its volume at 0 degree Celsius। ਜੋ ਦੀ 0 ਡਿਗਰੀ ਤੇ ਵੋਲਿਊਮ ਸੀ, ਉਹਦਾ 1/273ਵਾਂ ਹਿੱਸਾ ਉਹ ਵੱਧ ਜਾਂ ਘਟ ਜਾਂਦੀ ਹੈ, ਕਿਹਦੇ ਨਾਲ, ਜੇ ਮੈਂ 1 ਡਿਗਰੀ ਟੈਂਪਰੇਚਰ ਵਧਾਉਂਦੀ ਜਾਂ ਘਟਾਉਂਦੀ ਹਾਂ। ਇਹ ਵੀ ਕਦੋਂ, ਜਦੋਂ ਮੇਰਾ ਪ੍ਰੈਸ਼ਰ ਕੌਨਸਟੈਂਟ ਹੋਵੇ, ਠੀਕ ਹੈ, ਸਮਝ ਆ ਗਿਆ, ਬਹੁਤ ਈਜ਼ੀ ਸੀ। ਅੱਗੇ ਗੱਲ ਕਰਦੇ ਹਾਂ। ਚਾਰਲਸ ਲੋ ਦੇ ਅਕੋਰਡਿੰਗ ਸਾਡੀ ਇਕੁਏਸ਼ਨ ਬਣ ਜਾਂਦੀ ਹੈ, ਮੰਨ ਲਓ ਕਿ ਜਿਹੜਾ ਮੇਰਾ V0 ਹੈ ਉਹ ਵੋਲਿਊਮ ਸੀਗੀ ਕਿਸੇ ਵੀ ਗੈਸ ਦੀ ਗਿਵਨ ਮਾਸ ਦੀ 0 ਡਿਗਰੀ ਸੈਲਸੀਅਸ 'ਤੇ, ਅਤੇ ਜਿਹੜਾ ਟੈਂਪਰੇਚਰ ਹੈ ਉਹ ਮੈंने ਵਧਾਤਾ T ਡਿਗਰੀ ਸੈਲਸੀਅਸ ਤੱਕ, ਅਤੇ ਜਿਹੜੀ ਵੋਲਿਊਮ ਹੈ ਉਹ ਬਣ ਗਈ ਮੇਰੀ ਹੁਣ VT। ਹੁਣ ਮੇਰੀ ਜਿਹੜੀ ਵੋਲਿਊਮ ਹੈ VT ਬਣ ਗਈ। ਤਾਂ ਚਾਰਲਸ ਲੋ ਦੇ ਹਿਸਾਬ ਨਾਲ ਜਿਹੜੀ ਮੇਰੀ VT ਹੈ ਜਿੰਨੀ ਕਿ ਜਿਹੜੀ ਮੇਰੀ ਨਵੀਂ ਬਣੀ ਹੈ, ਉਹ ਕਿਹਦੇ ਬਰਾਬਰ ਹੋਊਗੀ। ਦੇਖੋ, ਇੱਕ ਤਾਂ ਪੁਰਾਣੀ ਵੋਲਿਊਮ ਜਿਹੜੀ ਮੇਰੀ 0 ਡਿਗਰੀ 'ਤੇ ਸੀਗੀ, ਉਹ ਤਾਂ ਹੋਊਗੀ, ਉਹ ਘਟੂਗੀ ਵਧੂਗੀ ਤਾਂ ਨਹੀਂ, ਉਹ ਤਾਂ ਉਨੀ ਰਹੂਗੀ, ਪਲੱਸ ਉਹਦੇ ਵਿੱਚ ਕੀ ਐਡ ਹੋ ਜਾਊਗਾ, ਨਵੀਂ ਵੋਲਿਊਮ, ਜਿਹੜਾ ਵੋਲਿਊਮ ਦੇ ਵਿੱਚ ਚੇਂਜ ਆਇਆ। ਵੋਲਿਊਮ ਦੇ ਵਿੱਚ ਕਿੰਨਾ ਚੀਜ਼ ਆਉਂਦਾ ਹੈ, 1/273 ਹਿੱਸਾ ਆਉਂਦਾ। ਤਾਂ ਮੈਂ ਕਿਵੇਂ ਲਿਖ ਸਕਦੀ ਹਾਂ ਕਿ ਇਹਦਾ V0 ਦਾ 273ਵਾਂ ਹਿੱਸਾ ਤਾਂ ਆਉਣਾ ਹੀ ਆਉਣਾ। ਇਹ ਤਾਂ ਮੈंने ਹੁਣੇ ਪੜ੍ਹਿਆ ਕਿ ਵੋਲਿਊਮ ਦੇ ਵਿੱਚ ਚੇਂਜ ਕਿੰਨਾ ਆਉਂਦਾ, 0 ਡਿਗਰੀ 'ਤੇ ਜਿੰਨੀ ਵੋਲਿਊਮ ਸੀ ਉਹਦਾ 273ਵਾਂ ਹਿੱਸਾ, ਠੀਕ ਹੈ ਨਾ, ਉਹ ਆਉਂਦਾ ਹੁੰਦਾ। ਇਹਨਾਂ ਤਾਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਹਾਂ। ਉਸ ਤੋਂ ਬਾਅਦ ਗੱਲ ਕਰੀਏ, ਇਹਨੂੰ ਮੈਂ ਹੁਣ ਮਲਟੀਪਲਾਈ ਕਰ ਦਾਂਗੀ T ਨਾਲ, ਜਿੰਨੇ ਡਿਗਰੀ ਸੈਲਸੀਅਸ ਮੈਂ ਟੈਂਪਰੇਚਰ ਵਧਾਇਆ, ਕਿਉਂਕਿ ਇਹ ਤਾਂ ਮੇਰਾ ਜਿੰਨਾ ਕਿ ਮੈਂ ਹੁਣ ਲਿਖਿਆ ਇਹ ਤਾਂ ਮੇਰਾ 1 ਡਿਗਰੀ ਲਈ ਹੋ ਗਿਆ। ਜੇ ਮੈਂ 1 ਡਿਗਰੀ ਟੈਂਪਰੇਚਰ ਬਣਾਉਂਦੀ ਹਾਂ ਤਾਂ ਮੇਰੀ ਦੇਖੋ ਪੁਰਾਣੀ ਵੋਲਿਊਮ ਤਾਂ ਮੇਰੀ ਪਈ ਸੀ 0 ਡਿਗਰੀ 'ਤੇ ਜਿੰਨੀ ਵੋਲਿਊਮ ਸੀ ਉਹ 'ਚ ਕਿੰਨਾ ਵਾਧਾ ਹੋ ਜਾਊਗਾ, ਪੁਰਾਣੀ ਵੋਲਿਊਮ ਦਾ 1/73ਵਾਂ ਹਿੱਸੇ 'ਚ ਵਾਧਾ ਹੋ ਜਾਊਗਾ,
ठीक है ना। तो उस तो बाद मैं मल्टीप्लाई कर ਦਾਂਗੀ जिन्ने डिग्री सैल्सियस मैं ਵਧਾਏ ਸੀ, ਕਿਉਂਕਿ ਇਹ ਜਿਹੜਾ ਬਾਕਸ ਦੇ ਅੰਦਰ ਹੈ ਉਹ ਮੈਨੂੰ ਸਿਰਫ 1 ਡਿਗਰੀ ਸੈਲਸੀਅਸ ਦਿਲ ਦੇਗਾ, ਤਾਂ ਜਿੰਨੇ ਲਈ ਮੈਂ ਕੱਢਣਾ ਉਹਨੂੰ ਨਾ ਮਲਟੀਪਲਾਈ ਕਰ ਦਾਂਗੀ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ, ਇੰਨਾ ਕੋਈ ਮੁਸ਼ਕਿਲ ਹੈ ਨਹੀਂ ਸੀ, ਇਹਦੇ ਵਿੱਚ ਬਹੁਤ ਈਜ਼ੀ ਸੀਗਾ। ਹੁਣ ਅਸੀਂ ਅੱਗੇ ਚੱਲਦੇ ਹਾਂ। ਗੇਲ-ਲਿਊਸੈਕ ਲਾਅ ਹੈ ਸਾਡੇ ਕੋਲ। ਗੇਲ-ਲਿਊਸੈਕ ਦਾ ਲਾਅ ਫਟਾਫਟ ਨੋਟ ਕਰੋ, 3rd ਲਾਅ ਆ ਜਾਂਦਾ ਹੈ ਗੇ-ਲਿਊਸੈਕ ਲਾਅ। ਗੇ-ਲਿਊਸੈਕਸ ਲਾਅ, ਲਿਊਸੈਕਸ ਕਰ ਲਓ, ਠੀਕ ਹੈ। ਗੇ-ਲਿਊਸੈਕਸ ਲਾਅ, ਇਹਦੇ ਵਿੱਚ ਅਸੀਂ P ਤੇ T ਦਾ ਰਿਸ਼ਤਾ ਪੜ੍ਹਨਾ। P ਤੇ T ਦਾ ਰਿਸ਼ਤਾ ਪੜ੍ਹਨਾ। ਸੋ ਸਟਾਰਟ ਕਰਦੇ ਹਾਂ। ਆਈ ਹੋਪ ਤੁਹਾਨੂੰ ਨੋਟ ਕਰ ਲਿਆ ਹੋਏਗਾ, ਪਲੀਜ਼ ਨੋਟ ਕਰ ਲਿਆ ਕਰੋ। ਹੁਣ ਅਸੀਂ ਚੱਲਦੇ ਹਾਂ PV ਇਜ਼ ਇਕੁਅਲ ਟੂ NRT ਤੇ। ਦੁਬਾਰਾ ਤੋਂ ਅਸੀਂ ਗੱਲ ਕਿਹਦੀ ਕਰਨੀ ਹੈ? P ਤੇ T ਦੀ। ਗੱਲ ਕਿਹਦੀ ਕਰਨੀ ਹੈ? P ਤੇ T ਦੀ। ਬਾਕੀਆਂ ਨੂੰ ਮੈਂ ਕੌਂਸਟੈਂਟ ਰੱਖਤਾ, P ਇਜ਼ ਇਕੁਅਲ ਟੂ NR/V T, ਰਾਈਟ। ਇਹ ਚੀਜ਼ ਮੈਂ ਰੱਖਤੀ। P ਇਜ਼ ਇਕੁਅਲ ਟੂ KT। ਇੱਥੇ ਸਮਝ ਆ ਗਿਆ। ਇਹਨੂੰ ਮੈਂ ਵੱਡਾ ਕੌਂਸਟੈਂਟ ਲਿਖਤਾ ਹਟਾ ਕੇ। ਉਸ ਤੋਂ ਬਾਅਦ ਹੁਣ ਮੈਂ ਇਹਨੂੰ ਕੀ ਲਿਖਾਂਗੀ? ਕਲਰ ਚੇਂਜ ਕਰ ਲੈਣਾ ਇੱਕ। ਹੁਣ ਮੈਂ ਇਹਨੂੰ ਕੀ ਲਿਖ ਸਕਦੀ ਹਾਂ? P ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਟੈਂਪਰੇਚਰ। ਪ੍ਰੈਸ਼ਰ ਮੇਰਾ ਡਾਇਰੈਕਟਲੀ ਪ੍ਰੋਪੋਰਸ਼ਨਲ ਹੋ ਗਿਆ ਟੈਂਪਰੇਚਰ ਦੇ। ਇਸ K ਨੂੰ ਹਟਾਉਣ ਲਈ ਮੈਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਲਾਤਾ। ਕਲੀਅਰ ਹੈ ਨਾ। ਸੋ ਬਹੁਤ ਈਜ਼ੀ ਸੀਗਾ ਲਾਅ। ਕੁਛ ਨਹੀਂ ਹੈ। ਕੀ ਕਹਿੰਦਾ ਕਿ ਜਿਹੜਾ ਮੇਰਾ ਪ੍ਰੈਸ਼ਰ ਹੈ ਉਹ ਟੈਂਪਰੇਚਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਫਟਾਫਟ ਡੈਫੀਨੇਸ਼ਨ ਸੁਣਦੇ ਆ। ਡੈਫੀਨੇਸ਼ਨ ਕੀ ਹੈ ਇਹਦੀ? ਹਾਂ, ਪਹਿਲਾਂ ਮੈਂ ਤੁਹਾਨੂੰ ਇਹ ਚੀਜ਼ ਦੱਸਦਾ, ਇਹ ਕੰਡੀਸ਼ਨ ਕਦੋਂ ਅਪਲਾਈ ਹੋਏਗੀ? ਜਦੋਂ ਸਾਡੀ ਵੋਲਿਊਮ ਕੌਂਸਟੈਂਟ ਹੋਏਗੀ, ਕਿਉਂਕਿ PV ਇਜ਼ ਇਕੁਅਲ ਟੂ NRT ਦੇ ਹਿਸਾਬ ਨਾਲ, ਇਸ ਦੇ ਹਿਸਾਬ ਨਾਲ ਜਿਹੜਾ ਮੇਰਾ K ਆਇਆ ਸੀ, ਜਿਹੜਾ ਮੇਰਾ ਕੈਪੀਟਲ K ਆਇਆ ਸੀ, ਉਹ ਕਿੰਨਾ ਆਇਆ ਸੀ? NR/V। NR ਤਾਂ ਮੇਰਾ ਵੈਸੇ ਹੀ ਸਮੋਲ ਕੌਂਸਟੈਂਟ ਬਣ ਜਾਣਾ, ਅਤੇ ਗੱਲ ਕੀ 'ਤੇ ਅੜੇਗੀ? ਮੇਰੀ ਵੋਲਿਊਮ 'ਤੇ। ਯਾਨੀ ਕਿ ਵੋਲਿਊਮ ਨੂੰ ਕੌਂਸਟੈਂਟ ਹੋਣਾ ਪਏਗਾ, ਤਾਂ ਹੀ ਮੇਰਾ ਪ੍ਰੈਸ਼ਰ ਡਾਇਰੈਕਟਲੀ ਪ੍ਰੋਪੋਰਸ਼ਨਲ ਹੋ ਪਾਏਗਾ ਟੈਂਪਰੇਚਰ 'ਤੇ, ਠੀਕ ਹੈ ਨਾ। ਅਤੇ ਜੇ ਇਹ ਚੀਜ਼ ਹੈ ਤਾਂ ਮੈਂ ਇਹ ਚੀਜ਼ ਲਿਖ ਸਕਦੀ ਹਾਂ P1/T1 ਇਜ਼ ਇਕੁਅਲ ਟੂ P2/T2, ਠੀਕ ਹੈ ਨਾ। ਉਸ ਤੋਂ ਬਾਅਦ ਮੈਂ ਗੱਲ ਕਰ ਰਹੀ ਸੀਗੀ ਪਹਿਲਾਂ ਡੈਫੀਨੇਸ਼ਨ ਦੀ। ਤਾਂ ਡੈਫੀਨੇਸ਼ਨ ਕੀ ਬਣ ਜਾਏਗੀ ਇਹਦੀ? ਕਿ ਪ੍ਰੈਸ਼ਰ ਆਫ ਅ ਗਿਵਨ ਮਾਸ ਆਫ ਅ ਗੈਸ। ਇੱਕ ਗੈਸ 'ਤੇ ਮੈਂ ਗਿਵਨ ਮਾਸ ਲੈ ਲਿਆ, ਉਸਦਾ ਜਿਹੜਾ ਪ੍ਰੈਸ਼ਰ ਹੈ ਜੋ ਕਿ ਇੱਕ ਕੌਂਸਟੈਂਟ ਵੋਲਿਊਮ 'ਤੇ ਪਿਆ ਹੈ, ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਏਗਾ ਉਸ ਦੇ ਟੈਂਪਰੇਚਰ 'ਤੇ, ਠੀਕ ਹੈ ਨਾ। ਉਸਦੇ ਟੈਂਪਰੇਚਰ 'ਤੇ ਉਹਦੀ ਵੀ ਵੋਲਿਊਮ ਜਿਹੜੀ ਹੈ ਕੌਂਸਟੈਂਟ ਰਹੇਗੀ। ਅਤੇ ਸਾਡਾ ਜਿਹੜਾ ਗੇਲ-ਲਿਊਸੈਕ ਲਾਅ ਸੀ ਇਹ ਵੀ ਕਾਫੀ ਈਜ਼ੀ ਸੀ, ਅਤੇ ਇੱਥੇ ਹੀ ਖਤਮ ਹੋ ਜਾਂਦਾ। ਅਸੀਂ ਕਰਦੇ ਹਾਂ ਐਵੋਗੈਡਰੋਜ਼ ਲਾਅ। ਲਾਸਟ ਲਾਅ ਹੈ 4th ਲਾਅ, ਐਵੋਗੈਡਰੋਜ਼ ਲਾਅ, ਠੀਕ ਹੈ। ਥੋੜਾ ਫਾਸਟ ਲਿਖਿਆ, ਸਾਫ਼ ਨਹੀਂ ਲਿਖਿਆ ਗਿਆ। AVOGADROSLAW, ਐਵੋਗੈਡਰੋਜ਼ ਲਾਅ। ਸੋ ਸਟਾਰਟ ਕਰਦੇ ਹਾਂ। ਬਹੁਤ ਈਜ਼ੀ ਲਾਅ ਹੈ। PV ਇਜ਼ ਇਕੁਅਲ ਟੂ NRT। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਇਸ ਇਕੁਏਸ਼ਨ ਦੇ ਵਿੱਚ, ਹੁਣ ਸਾਨੂੰ ਨੰਬਰ ਆਫ ਮੋਲਸ ਦੀ ਗੱਲ ਕਰਨੀ ਹੈ। ਸਾਡਾ ਇੱਕ ਕੌਂਸਟੈਂਟ ਘਟ ਗਿਆ, ਇਸ ਕਰਕੇ ਇਸ ਇਕੁਏਸ਼ਨ ਦੇ ਵਿੱਚ ਇਸ ਵਾਰ ਮੈਂ 2 ਚੀਜ਼ਾਂ ਨੂੰ ਕੌਂਸਟੈਂਟ ਰੱਖਣ ਵਾਲੀਆਂ। ਇੱਕ ਤਾਂ ਇਹ ਤਾਂ ਸਾਡਾ ਓਬਵੀਅਸਲੀ ਹੈਗਾ ਹੀ ਹੈਗਾ, R ਤਾਂ ਸਾਡਾ ਯੂਨੀਵਰਸਲ ਗੈਸ ਕੌਂਸਟੈਂਟ ਹੈ। ਇਸ ਤੋਂ ਇਲਾਵਾ ਮੈਂ ਰੱਖਾਂਗੀ ਇਹਦੇ ਵਿੱਚ ਟੈਂਪਰੇਚਰ ਅਤੇ ਪ੍ਰੈਸ਼ਰ ਨੂੰ ਕੌਂਸਟੈਂਟ। ਟੈਂਪਰੇਚਰ ਅਤੇ ਪ੍ਰੈਸ਼ਰ ਨੂੰ ਕੌਂਸਟੈਂਟ। ਸੋ ਸਭ ਤੋਂ ਪਹਿਲਾਂ ਜਿਹੜੇ ਵੀ ਕੌਂਸਟੈਂਟਸ ਨੇ ਉਹਨਾਂ ਨੂੰ ਇੱਕ ਸਾਈਡ ਪਟਕ ਦਿੰਦੇ ਹਾਂ, ਅਤੇ ਜਿਹਨਾਂ ਦੀ ਲੋੜ ਹੈ ਸਾਨੂੰ ਉਹ ਆਪਦੇ ਕਹੀਂ ਰੱਖ ਲੈਂਦੇ ਹਾਂ ਅਸੀਂ, ਠੀਕ ਹੈ। ਤਾਂ ਅਸੀਂ ਗੱਲ ਇਹਦੇ ਵਿੱਚ ਕਿਹਦੀ ਕਰਨੀ ਹੈ? ਇਹਦੇ ਵਿੱਚ ਅਸੀਂ ਜਿਹੜੀ ਗੱਲ ਕਰਨੀ ਹੈ ਵੋਲਿਊਮ ਅਤੇ ਨੰਬਰ ਆਫ ਮੋਲਸ ਦੀ ਕਰਨੀ ਹੈ, ਤਾਂ ਉਹਨਾਂ ਨੂੰ ਅਸੀਂ ਐਜ਼ ਇਟ ਇਜ਼ ਰੱਖਾਂਗੇ। ਤਾਂ V ਇਜ਼ ਇਕੁਅਲ ਟੂ NRT/P। RT/P ਮੇਰਾ ਕੌਂਸਟੈਂਟ ਹੋ ਜਾਏਗਾ, RT/P ਮੇਰਾ ਕੌਂਸਟੈਂਟ ਹੋ ਜਾਏਗਾ। V ਇਜ਼ ਇਕੁਅਲ ਟੂ NK, ਜਾਂ ਇਹਨੂੰ ਲਿਖ ਲਓ ਤੁਸੀਂ ਡਾਇਰੈਕਟਲੀ KN, ਠੀਕ ਹੈ। ਪਿੱਛੇ ਕਰੋ, ਠੀਕ ਹੈ। V ਇਜ਼ ਇਕੁਅਲ ਟੂ KN, ਤਾਂ K ਨੂੰ ਹਟਾਉਣ ਲਈ ਮੈਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਲਾਉਂਗੀ। ਮੇਰੇ ਕੋਲ N ਆ ਜਾਊਗਾ। V ਡਾਇਰੈਕਟਲੀ ਪ੍ਰੋਪੋਰਸ਼ਨਲ ਆ ਗਿਆ N ਦੇ, ਯਾਨੀ ਕਿ ਜਿਹੜੀ ਮੇਰੀ ਵੋਲਿਊਮ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਰਹੇਗੀ ਨੰਬਰ ਆਫ ਮੋਲਸ ਦੇ। ਹੁਣ ਇਹਦੀ ਡੈਫੀਨੇਸ਼ਨ ਦੇਖੋ, ਇਹ ਐਵੋਗੈਡਰੋ ਲਾਅ ਕੀ ਕਹਿੰਦਾ ਹੈ ਕਿ ਜੇ ਮੈਂ ਸਾਰੀ ਗੈਸਿਸ ਦੀ ਵੋਲਿਊਮ ਇਕੁਅਲ ਵੋਲਿਊਮ ਲਵਾਂ ਸਾਰੀ ਗੈਸਿਸ ਦੀ ਅੰਡਰ ਸਿਮਿਲਰ ਕੰਡੀਸ਼ਨ ਆਫ ਟੈਂਪਰੇਚਰ ਐਂਡ ਪ੍ਰੈਸ਼ਰ, ਜਿਹਦੇ ਵਿੱਚ ਟੈਂਪਰੇਚਰ ਅਤੇ ਪ੍ਰੈਸ਼ਰ ਦੀ ਜਿਹੜੀ ਕੰਡੀਸ਼ਨਸ ਆ ਸਿਮਿਲਰ ਹੋਣ, ਤਾਂ ਉਹਨਾਂ ਦੇ ਵਿੱਚ ਜਿਹੜੇ ਨੰਬਰ ਆਫ ਮੋਲੀਕਿਊਲਸ ਹੋਣਗੇ ਉਹ ਇਕੁਅਲ ਹੋਣਗੇ। ਇਹ ਜਿਹੜਾ ਹੈਗਾ ਉਹ ਲਾਅ ਕਹਿੰਦਾ ਹੈ, ਠੀਕ ਹੈ। ਈਜ਼ੀ ਲਾਅ ਸੀ, ਖਤਮ ਹੋ ਗਿਆ। ਸੋ ਇੱਥੇ ਜਿਹੜੀ ਸਾਡੀ ਇਹ ਵੀਡੀਓ ਹੈ ਖਤਮ ਹੁੰਦੀ ਹੈ। ਆਈ ਹੋਪ ਤੁਹਾਨੂੰ ਚਾਰੋਂ ਦੇ ਚਾਰੋਂ ਲਾਅ ਜਿਹੜੇ ਨੇ ਉਹ ਸਮਝ ਆਏ ਹੋਣਗੇ। ਆਈ ਹੋਪ ਤੁਹਾਨੂੰ ਵੀਡੀਓ